Welcome to my YouTube channel. Myself, Dr. Keshravan Pattyar. In this lecture, we are going to discuss about serum and plasma. Blood is the fluid pumped by heart that circulates throughout the body via arteries, veins, and the capillaries. ਬਲੱਡ ਇੱਕ ਕਨੈਕਟਿਵ ਫਲੂਇਡ ਹੈ ਜਿਹੜਾ ਹਾਰਟ ਦੁਆਰਾ ਪੰਪ ਕੀਤਾ ਜਾਂਦਾ ਤੇ ਸਾਰੀ ਬੋਡੀ ਦੇ ਵਿੱਚ ਘੁੰਮਦਾ ਆਰਟਰੀਜ਼ ਵੀਨਸ ਤੇ ਕਪਿਲਰੀ ਦੀ ਮਦਦ ਦੇ ਨਾਲ ਐਨ ਅਡਲਟ ਮੈਨ ਆਫ ਐਵਰੇਜ ਸਾਈਜ਼ ਨਾਰਮਲੀ ਹੈਜ਼ ਅਬਾਊਟ 5.6 ਲੀਟਰ ਆਫ ਬਲੱਡ ਇੱਕ ਅਡਲਟ ਬੰਦੇ ਦੇ ਵਿੱਚ 5.6 ਲੀਟਰ ਤੱਕ ਐਵਰੇਜ ਬਲੱਡ ਪਾਇਆ ਜਾਂਦਾ although blood appears to be red liquid it is actually composed of yellowish liquid called plasma and billions of cells ਵੈਸੇ ਬਲੱਡ ਦਾ ਰੰਗ ਲਾਲ ਨਜ਼ਰ ਆਉਂਦਾ ਬਟ ਇਹਦਾ ਜਿਹੜਾ ਮੇਨ ਕੌਂਸਟੀਚੁਐਂਟ ਹੈ ਉਹ ਪਲਾਜ਼ਮਾ ਹੈ ਜਿਹੜਾ ਦੇਖਣ ਨੂੰ ਯੈਲੋਇਸ਼ ਸਟ੍ਰੋ ਕਲਰ ਯੈਲੋਇਸ਼ ਨਜ਼ਰ ਆਉਂਦਾ ਅਤੇ ਇਹਦੇ ਵਿੱਚ ਬਿਲੀਅਨਸ 10^12 ਸੈਲਸ ਵੀ ਪ੍ਰੈਜ਼ੈਂਟ ਹੁੰਦੇ ਆ ਸੋ ਬਲੱਡ ਇਜ਼ ਮੈਥਮੈਟੀਕਲ ਟਰਮਸ ਦੀ ਗੱਲ ਕਰੀਏ ਬਲੱਡ ਇਜ਼ ਇਕੁਅਲ ਟੂ ਸੈਲ ਪਲਸ ਪਲਾਜ਼ਮਾ plasma is a watery fluid material cellular plus cells. Cells include WBCs, RBCs and platelets ਜਿਹਨੂੰ ਆਪਾਂ cellular component ਵੀ ਕਹਿੰਦੇ ਆ ਜਾਂ formed elements ਵੀ ਕਹਿ ਸਕਦੇ ਆ plasma is a clear straw colored liquid portion of the blood in which the other cells are suspended. So plasma a clear straw colored liquid portion ਆ blood ਦਾ ਹਿੱਸਾ ਹੈ ਜਿਹਦੇ ਵਿੱਚ ਸੈਲਸ ਜਿਹੜੇ ਹੈਗੇ ਆ ਸਸਪੈਂਡ ਕਰਦੇ ਆ ਤੈਰਦੇ ਰਹਿੰਦੇ ਆ Serum is the undiluted extracellular portion of the blood after adequate coagulation is complete. So serum ਕੀ ਹੈ extracellular portion ਹੈ blood ਦਾ ਜਦੋਂ coagulation ਕੰਪਲੀਟ ਹੋ ਜਾਏ ਖੂਨ ਜਿਹੜਾ ਆ ਬਾਹਰ ਜੰਮ ਜਾਏ ਅਤੇ ਉਸ ਤੋਂ ਬਾਅਦ ਜਿਹੜਾ ਫਲੂਇਡ ਨਜ਼ਰ ਆਉਂਦਾ ਉਹਨੂੰ ਅਸੀਂ ਸੀਰਮ ਕਹਿੰਦੇ ਹਾਂ ਇਨ ਦ ਲੈਬੋਰਟਰੀ ਦੇ ਕੈਨ ਬੀ ਸੈਪਰੇਟਡ ਐਂਡ ਮੇਜਰਡ ਇਨ ਆਰਡਰ ਟੂ ਹੈਲਪ ਵਿਦ ਦ ਡਾਇਗਨੋਸਿਸ ਐਂਡ ਮੋਨੀਟਰਿੰਗ ਆਫ ਡਿਸੀਜ਼ ਸੋ ਪਲਾਜ਼ਮਾ ਅਤੇ ਸੀਰਮ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈ ਲੈਬ ਦੇ ਵਿੱਚ ਇਹਨਾਂ ਨੂੰ ਸੈਪਰੇਟ ਕੀਤਾ ਜਾਂਦਾ ਅਤੇ ਬਹੁਤ ਸਾਰੀਆਂ ਬਿਮਾਰੀਆਂ ਨੂੰ ਪਤਾ ਲਗਾਉਣ ਵਾਸਤੇ ਪਲਾਜ਼ਮਾ ਅਤੇ ਸੀਰਮ ਦੀ ਵਰਤੋਂ ਕੀਤੀ ਜਾਂਦੀ ਹੈ So coming to the definition of plasma, we have already discussed plasma is a clear straw color liquid portion of the blood in which the other cells are suspended. Straw ਪਰਾਲੀ ਦੀ ਨਾੜ ਜਿਹੜੀ ਕਿ ਹਲਕੀ ਜਿਹੀ ਪੀਲੇ ਰੰਗ ਦੀ ਹੁੰਦੀ ਹੈ ਉਸ ਤਰ੍ਹਾਂ ਦਾ ਇਹ ਕਲਰ ਦਾ ਪਲਾਜ਼ਮਾ ਜਿਹੜਾ ਹੁੰਦਾ ਅਤੇ ਇਹਦੀ ਨੇਚਰ ਕੀ ਹੈ ਕਿ ਇਹ ਲਿਕੁਇਡ ਹੈ ਇਹਦੇ ਵਿੱਚ ਸੈਲਸ ਜਾਂ ਸੈਲੂਲਰ ਕੰਪੋਨੈਂਟ ਜਾਂ ਫਾਰਮਡ ਐਲੀਮੈਂਟ ਜਿਹੜੇ ਹੈਗੇ ਆ ਉਹ ਸਸਪੈਂਡ ਹੁੰਦੇ ਆ ਸੋ ਉਹ ਮੈਥਮੈਟੀਕਲੀ ਟਰਮ 'ਚ ਵੀ ਆਪਾਂ ਇਸ ਤਰ੍ਹਾਂ ਪਲਾਜ਼ਮਾ ਨੂੰ ਡਿਫਾਈਨ ਕਰ ਸਕਦੇ ਹਾਂ ਪਲਾਜ਼ਮਾ ਇਜ਼ ਇਕੁਅਲ ਟੂ ਵਾਟਰ ਪਲੱਸ ਪ੍ਰੋਟੀਨ ਪਲੱਸ ਡਿਸੋਲਵਡ ਸਬਸਟੈਂਸਿਸ ਪ੍ਰੀਵੀਅਸ ਲੈਕਚਰਸ ਦੇ ਵਿੱਚ ਵੀ ਅਸੀਂ ਡਿਸਕਸ ਕੀਤਾ ਉਹਦੇ 'ਚ ਹਾਰਮੋਨਸ ਬਾਇਓਮੋਲੀਕਿਊਲਸ ਨਿਊਟ੍ਰੀਸ਼ਨ ਬਾਇਓਮੋਲੀਕਿਊਲਸ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪ੍ਰੈਜ਼ੈਂਟ ਹੁੰਦੀਆਂ ਸੋ ਪਲਾਜ਼ਮਾ ਇਟ ਇਜ਼ 90 to 90% ਵਾਟਰ ਪਲਾਜ਼ਮਾ ਦੀ ਕੌਂਸਟੀਟਿਊਸ਼ਨ ਦੇ ਵਿੱਚ 90 ਤੋਂ 92% ਤੱਕ ਵਾਟਰ ਆ ਬਾਕੀ ਸਾਰੇ ਪ੍ਰੋਟੀਨਸ ਜਾਂ ਡਿਸੋਲਵ ਸਬਸਟੈਂਸਿਸ ਹੋ ਸਕਦੇ ਆ 7 to 8%. Plasma is a transporting medium for cells and a variety of substances vital to the human and animal body. Plasma ਕੀ ਹੈ ਇੱਕ ਟਰਾਂਸਪੋਰਟਿੰਗ ਮੀਡੀਅਮ ਹੈ ਸੈਲਸ ਵਾਸਤੇ ਤਾਂ ਜੋ ਪੂਰੀ ਬੋਡੀ ਦੇ ਵਿੱਚ ਘੁੰਮ ਸਕਣ ਅਤੇ ਨਾਲ ਦੀ ਨਾਲ ਇੰਪੋਰਟੈਂਟ ਵਾਈਟਲ ਸਬਸਟੈਂਸਿਸ ਬਾਇਓਮੋਲੀਕੂਲ ਜਿਹੜੇ ਜਿਹਨਾਂ ਦੀ ਨਿਊਟ੍ਰੀਟਿਵ ਵੈਲਿਊ ਹੈ ਨਿਊਟ੍ਰੀਸ਼ਨ 'ਚ ਹੈਲਪ ਕਰਦੇ ਆ ਜਾਂ ਸੈਲਸ ਜਾਂ ਫਰਦਰ ਟਿਸ਼ੂ ਜਾਂ ਔਰਗਨ ਦੀ ਸਰਵਾਈਵਲ ਵਾਸਤੇ ਜ਼ਰੂਰੀ ਹੈ ਉਸ ਦੇ ਵਾਸਤੇ ਪਲਾਜ਼ਮਾ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਇੰਪੋਰਟੈਂਟਲੀ ਪਲਾਜ਼ਮਾ ਕੰਟੇਨ ਪ੍ਰੋਟੀਨ ਫॉर ਬਲੱਡ ਕਲੌਟਿੰਗ ਐਂਡ ਡਿਫੈਂਡਿੰਗ ਦਾ ਬੋਡੀ ਅਗੇਂਸਟ ਇਨਫੈਕਸ਼ਨ ਇਸ ਤੋਂ ਇੰਪੋਰਟੈਂਟ ਪਲਾਜ਼ਮਾ ਦੇ ਵਿੱਚ ਪ੍ਰੋਟੀਨਸ ਵੀ ਆ ਜਿਨ੍ਹਾਂ ਦਾ ਫੰਕਸ਼ਨ ਬਲੱਡ ਕੋਆਗੂਲੇਸ਼ਨ ਜਾਂ ਬਲੱਡ ਕਲੌਟਿੰਗ ਬਲੱਡ ਨੂੰ ਜਮਾਉਣ ਦੇ ਵਿੱਚ ਜਾਂ ਬੋਡੀ ਬੋਡੀ ਵਿੱਚ ਕੋਈ ਇਨਫੈਕਸ਼ਨ ਹੋ ਜਾਂਦਾ ਉਹਦੇ ਅਗੇਂਸਟ ਲੜਨ ਵਾਸਤੇ ਵੀ ਇਸ ਪਲਾਜ਼ਮਾ 'ਚ ਜਿਹੜੇ ਪ੍ਰੋਟੀਨ ਆ ਪ੍ਰੈਜ਼ੈਂਟ ਹੁੰਦੇ ਆ ਪ੍ਰੈਪਰੇਸ਼ਨ ਐਂਡ ਸੈਪਰੇਸ਼ਨ ਆਫ ਪਲਾਜ਼ਮਾ ਅਸੀਂ ਲੈਬ ਦੇ ਵਿੱਚ ਇਨਵਿਟਰੋ ਐਕਸਪੈਰੀਮੈਂਟ ਲਈ ਟੈਸਟ ਲਗਾਉਣ ਲਈ ਕਿੱਦਾਂ ਬਣਾ ਸਕਦੇ ਹਾਂ ਦ ਬਲੱਡ ਇਜ਼ ਮਿਕਸਡ ਵਿਦ ਐਨ ਐਪਰੋਪਰੀਏਟ ਅਮਾਊਂਟ ਆਫ ਐਂਟੀਕੋਗੂਲੈਂਟ ਲਾਈਕ ਹੈਪਰਿਨ ਔਗਜ਼ਾਲੇਟ ਔਰ ਇਥਲੀਨ ਡਾਈਮੀਨ ਟੈਟਰਾਐਸਟਿਕ ਐਸਿਡ EDTA ਸੋ ਜਦੋਂ ਵੀ ਅਸੀਂ ਹੋਲ ਬਲੱਡ ਤੋਂ ਪਲਾਜ਼ਮਾ ਬਣਾਉਣਾ ਤਾਂ ਉਹ ਹਮੇਸ਼ਾ ਇਨ ਦਾ ਪ੍ਰੈਜ਼ੈਂਸ ਆਫ ਐਂਟੀਕੋਗੂਲੈਂਟ ਨਾਮ ਤੋਂ ਪਤਾ ਚੱਲ ਰਿਹਾ ਐਂਟੀ ਮੀਨਸ ਉਲਟ ਕੋਗੂਲੈਂਟ ਮੀਨਸ ਖੂਨ ਦਾ ਜੰਮਣਾ ਕਲੌਟਿੰਗ ਸੋ ਉਹ ਵਾਲਾ ਸਬਸਟਾਂਸ ਜਿਹੜਾ ਖੂਨ ਨੂੰ ਜੰਮਣ ਨਾ ਦੇਵੇ ਤਾਂ ਉਹ ਸਬਸਟਾਂਸ ਕੀ ਹੈ ਹੈਪਰਿਨ ਔਗਜ਼ਾਲੇਟ ਅਤੇ EDTA ਹਮੇਸ਼ਾ ਇਹਦੀ ਪ੍ਰੈਜ਼ੈਂਸ ਦੇ ਵਿੱਚ ਹੀ ਪਲਾਜ਼ਮਾ ਬਣੇਗਾ ਦਿਸ ਪ੍ਰੈਪਰੇਸ਼ਨ ਸ਼ੁੱਡ ਬੀ ਮਿਕਸਡ ਇਮੀਡੀਏਟਲੀ ਐਂਡ ਥੋਰਲੀ ਟੂ ਅਵੋਇਡ ਕਲੌਟਿੰਗ ਦ ਸੋਲਿਊਸ਼ਨ ਇਜ਼ ਦੈਨ ਸੈਂਟਰੀਫਿਊਜ਼ਡ ਫॉर 5 to 10 minutes at 2000 to 2000 RPM
ਸੋ ਇਸ ਸੋਲਿਊਸ਼ਨ ਨੂੰ ਸੈਂਟਰੀਫਿਊਜ ਕੀਤਾ ਜਾਂਦਾ 5 ਤੋਂ 10 ਮਿੰਟ ਲਈ 2000 ਤੋਂ 25000 ਰੋਟੇਸ਼ਨ ਪਰ ਮਿੰਟ ਦੀ ਸਪੀਡ 'ਤੇ ਸੈੱਟ ਕਰਕੇ ਸੈਂਟਰੀਫਿਊਜ ਦੀ ਮਦਦ ਦੇ ਨਾਲ। ਸੋ ਫਸਟ ਆਫ ਆਲ ਹੋਲ ਬਲੱਡ ਲਵਾਂਗੇ, ਉਹਦੇ ਵਿੱਚ ਐਂਟੀਕੋਗੂਲੈਂਟ ਪਾਵਾਂਗੇ, ਫਿਰ ਉਹਨੂੰ ਸੈਂਟਰੀਫਿਊਜ 'ਤੇ 5 ਤੋਂ 10 ਮਿੰਟ ਵਾਸਤੇ 2000 ਤੋਂ 2500 ਦੀ ਸਪੀਡ 'ਤੇ ਘੁਮਾਵਾਂਗੇ। ਸੋ ਦਾ ਸੁਪਰਨੈਟੈਂਟ ਫਲੂਇਡ ਇਜ਼ ਦੈਨ ਸੈਪਰੇਟਡ ਐਂਡ ਦੈਨ ਲੇਬਲਡ ਪ੍ਰੋਪਰਲੀ। ਜਿਹੜਾ ਉੱਪਰਲਾ ਹਿੱਸਾ ਸਾਫ ਹਲਕਾ ਯੈਲੋਇਸ਼ ਕਲਰ ਪਲਾਜ਼ਮਾ ਸਾਡੇ ਕੋਲ ਨਜ਼ਰ ਆ ਜਾਏਗਾ, ਅਤੇ ਨੀਚੇ ਜਿਹੜੇ ਹੈਗਾ ਸੈਲੂਲਰ ਕੰਪੋਨੈਂਟ ਬੈਠ ਜਾਣਗੇ, ਅਤੇ ਪਲਾਜ਼ਮਾ ਸੈਪਰੇਟ ਕਰਕੇ ਉਹਨੂੰ ਪ੍ਰੋਪਰ ਲੇਬਲ ਕਰਕੇ ਹੀਮੈਟੋਲੋਜੀ ਦੇ ਟੈਸਟ ਜਾਂ ਹੋਰ ਕੋਈ ਟੈਸਟ ਅਸੀਂ ਲਗਾ ਸਕਦੇ ਹਾਂ। ਸੋ ਦਿਸ ਡਾਇਗਰਾਮ ਆਲਸੋ ਸ਼ੋਜ਼ ਐਂਡ ਗਿਵ ਕਲੈਰਿਟੀ ਅਬਾਊਟ ਪਲਾਜ਼ਮਾ। ਸੋ ਪਲਾਜ਼ਮਾ ਦੇ ਕੰਪੋਨੈਂਟ ਵਾਟਰ, ਪ੍ਰੋਟੀਨ, ਸਾਲਟ, ਲਿਪਿਡ, glucose. So 92% water is there, then 6 to 8% protein, salt 0.8%, salt is also known as electrolyte, sodium, potassium, calcium, bicarbonate, lipid is 0.6%, glucose is 0.1%. ਇਸ ਤੋਂ ਇਲਾਵਾ ਜਿਹੜੇ ਪ੍ਰੋਟੀਨਸ ਹੈਗੇ ਆ ਉਹ ਵੀ ਵਾਈਟਲ ਪ੍ਰੋਟੀਨਸ, ਐਲਬੂਮਿਨਸ, ਗਲੋਬੁਲਿਨ ਐਂਡ ਫਾਈਬਰੀਨੋਜਨ। ਐਲਬੂਮਿਨ ਪਲੇਜ਼ ਐਨ ਇੰਪੋਰਟੈਂਟ ਰੋਲ ਇਨ ਓਨਕੋਟਿਕ ਪ੍ਰੈਸ਼ਰ, ਸੈਲਸ ਦਾ ਓਨਕੋਟਿਕ ਪ੍ਰੈਸ਼ਰ ਬਣਾ ਕੇ ਰੱਖਦਾ ਐਲਬੂਮਿਨ, ਅਤੇ pH ਮੇਨਟੇਨ ਕਰਕੇ ਰੱਖਦਾ ਸੈਲਸ ਅਤੇ ਬੋਡੀ ਦੀ। ਗਲੋਬੁਲਿਨ ਪ੍ਰੋਟੀਨ ਬਹੁਤ ਸਾਰੇ ਕੰਮ ਕਰਦੇ ਆ, ਜਿੱਦਾਂ ਕਿ ਹੀਮੋਗਲੋਬਿਨ ਆਕਸੀਜਨ ਕੈਰੀ ਕਰਦਾ, ਮਾਇਓਗਲੋਬਿਨ ਮਸਲ 'ਚ ਆਕਸੀਜਨ ਕੈਰੀ ਕਰਦਾ। ਬਟ ਫਾਈਬਰੀਨੋਜਨ ਜਿਹੜਾ ਦੈਟ ਇਜ਼ ਇੰਪੋਰਟੈਂਟ ਫॉर ਦਾ ਬਲੱਡ ਕਲੌਟਿੰਗ, ਖੂਨ ਨੂੰ ਜੰਮਣ ਵਾਸਤੇ ਜਾਂ ਬਲੱਡ ਕੋਆਗੂਲੇਸ਼ਨ ਵਾਸਤੇ ਇਹਦਾ ਰੋਲ ਇੰਪੋਰਟੈਂਟ ਹੈ। ਦਾ ਅਦਰ 1% ਆਫ ਬਲੱਡ ਕੰਪੋਨੈਂਟ ਆਰ ਰੈਗੂਲੇਟਰੀ ਪ੍ਰੋਟੀਨ ਸੱਚ ਐ ਲਾਈਪੋਪ੍ਰੋਟੀਨ ਐਂਡ ਆਇਰਨ ਬਾਈਂਡਿੰਗ ਪ੍ਰੋਟੀਨਸ। ਸੋ ਜਿਹੜਾ 1% ਪ੍ਰੋਟੀਨ ਹੈਗਾ, ਬਲੱਡ ਪ੍ਰੋਟੀਨ ਜਿਹੜੇ ਰਹਿ ਗਏ ਆ ਉਹ ਰੈਗੂਲੇਟਰੀ ਪ੍ਰੋਟੀਨਸ ਹੋ ਸਕਦੇ ਆ ਜਾਂ ਲਾਈਪੋਪ੍ਰੋਟੀਨਸ ਹੋ ਸਕਦੇ, ਜਿਹੜੇ ਲਿਪਿਡਸ ਦੀ ਮੂਵਮੈਂਟ 'ਚ ਹੈਲਪ ਕਰਦੇ ਆ ਜਾਂ ਆਇਰਨ ਬਾਈਂਡ ਕਰਕੇ ਆਇਰਨ ਦੀ ਮੂਵਮੈਂਟ 'ਚ ਹੈਲਪ ਕਰਨਗੇ। ਸੋ ਡਾਇਗਰਾਮ ਤੋਂ ਕਲੀਅਰ ਆ, ਇੱਕ ਟਿਊਬ 'ਚ ਆਪਾਂ ਕਲੀਅਰ ਹੋਲ ਬਲੱਡ ਲੈ ਲਿਆ, ਉਹਦੇ ਵਿੱਚ ਐਂਟੀਕੋਗੂਲੈਂਟ ਪਾ ਦਿੱਤਾ, ਸੈਂਟਰੀਫਿਊਜ ਕਰਤਾ, ਤਾਂ ਸਾਡੇ ਕੋਲ ਸਭ ਤੋਂ ਉੱਪਰ ਯੈਲੋਇਸ਼ ਸਟ੍ਰੋ ਕਲਰ ਲਿਕੁਇਡ ਆ ਗਿਆ ਵਿਚ ਇਜ਼ ਨੋਨ ਐਜ਼ ਪਲਾਜ਼ਮਾ। ਮਿਡਲ 'ਚ ਬਫੀ ਕੋਟ ਬਣ ਗਿਆ, ਜਿਹਦੇ ਵਿੱਚ WBCs ਅਤੇ ਪਲੇਟਲੈਟਸ ਹੈ ਲੈਸ ਦੈਨ 1%, ਐਂਡ RBCs ਜਿਹੜੇ ਸਭ ਤੋਂ ਨੀਚੇ ਰੈੱਡ ਕਲਰ 'ਚ ਸੈਡੀਮੈਂਟ ਹੋ ਜਾਂਦੇ ਆ। ਸੋ ਇਸ ਤਰ੍ਹਾਂ ਹੋਲ ਬਲੱਡ ਜਿਹੜਾ ਹੈਗਾ ਉਹ ਸੈਪਰੇਟਡ ਹੋ ਜਾਂਦਾ, ਅਤੇ ਪਲਾਜ਼ਮਾ ਜਿਹੜਾ ਹੈ ਉਹ ਫਰਦਰ ਟੈਸਟ ਦੇ ਯੂਜ਼ ਵਿੱਚ ਲਗਾਇਆ ਜਾ ਸਕਦਾ। ਨਾਓ ਕਮਿੰਗ ਟੂ ਦਾ ਸੀਰਮ, ਦਾ ਕਲੀਅਰ ਲਿਕੁਇਡ ਦੈਟ ਕੈਨ ਬੀ ਸੈਪਰੇਟਡ ਫਰੋਮ ਕਲੌਟਡ ਬਲੱਡ। ਸੋ ਸੀਰਮ ਹਮੇਸ਼ਾ ਕਲੌਟਡ ਬਲੱਡ, ਜਦੋਂ ਖੂਨ ਬਾਹਰ ਇਨਵਿਟਰੋ ਕੰਡੀਸ਼ਨ, ਲੈਬ ਕੰਡੀਸ਼ਨ ਦੇ ਵਿੱਚ ਰੱਖਿਆ ਜਾਂਦਾ ਤਾਂ ਉਹ ਜੰਮ ਜਾਂਦਾ। ਉਸ ਤੋਂ ਬਾਅਦ ਜਿਹੜਾ ਉਸ ਤੋਂ ਫਲੂਇਡ ਲਾਈਕ ਮਟੀਰੀਅਲ ਅਲੱਗ ਹੁੰਦਾ, ਉਹਨੂੰ ਅਸੀਂ ਸੀਰਮ ਕਹਿੰਦੇ ਹਾਂ। ਸੀਰਮ ਇਜ਼ ਅਬਾਊਟ 90% ਵਾਟਰ ਵਿਦ ਡਿਸੋਲਵਡ ਪ੍ਰੋਟੀਨ, ਮਿਨਰਲਸ, ਹਾਰਮੋਨਸ ਐਂਡ ਕਾਰਬਨ ਡਾਈਆਕਸਾਈਡ, ਐਂਡ ਇਜ਼ ਐਨ ਇੰਪੋਰਟੈਂਟ ਸੋਰਸ ਆਫ ਇਲੈਕਟ੍ਰੋਲਾਈਟ। ਸੋ ਸੀਰਮ ਵੀ 90% ਵਾਟਰ ਦਾ ਹੀ ਬਣਿਆ ਹੁੰਦਾ, ਜਿਹਦੇ ਵਿੱਚ ਪ੍ਰੋਟੀਨ, ਮਿਨਰਲਸ, ਹਾਰਮੋਨਸ, ਕਾਰਬਨ ਡਾਈਆਕਸਾਈਡ ਗੈਸਿਸ ਅਤੇ ਇਲੈਕਟ੍ਰੋਲਾਈਟਸ, ਜਿਹਨੂੰ ਆਪਾਂ ਸਾਲਟਸ ਵੀ ਕਹਿੰਦੇ ਆ, ਉਹ ਵੀ ਕੋਲੇ ਹੁੰਦੇ ਆ। ਇਨ ਬਲੱਡ, ਸੀਰਮ ਇਜ਼ ਦਾ ਕੰਪੋਨੈਂਟ ਦੈਟ ਇਜ਼ ਨਾਈਦਰ ਏ ਬਲੱਡ ਸੈਲ। Serum doesn't contain white or red blood cells nor a clotting factor. It is the blood plasma with fibrinogen removed. So ਸੀਰਮ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਸੈੱਲ ਪ੍ਰੈਜ਼ੈਂਟ ਨਹੀਂ ਹੁੰਦਾ, ਸੈੱਲ ਵੀ ਪ੍ਰੈਜ਼ੈਂਟ ਨਹੀਂ ਆ, ਮੋਰ ਓਵਰ ਉਹਦੇ 'ਚ ਕੋਈ ਕਲੌਟਿੰਗ ਫੈਕਟਰ ਵੀ ਪ੍ਰੈਜ਼ੈਂਟ ਨਹੀਂ ਹੁੰਦਾ। ਸੋ ਇਹਦੇ 'ਚੋਂ ਫਾਈਬਰੀਨੋਜਨ ਪ੍ਰੋਟੀਨ ਜਿਹੜਾ ਕਿ ਬਲੱਡ ਕਲੌਟਿੰਗ ਲਈ ਹੈਗਾ ਉਹ ਰਿਮੂਵ ਕਰ ਦਿੱਤਾ ਜਾਂਦਾ। ਸੋ ਸੀਰਮ ਦੀ ਮੈਥਮੈਟੀਕਲ ਟਰਮ ਹੈ, ਸੀਰਮ ਇਜ਼ ਇਕੁਅਲ ਟੂ ਬਲੱਡ ਮਾਈਨਸ ਕਲੌਟਿੰਗ ਫੈਕਟਰ, ਔਰ ਸੀਰਮ ਇਜ਼ ਇਕੁਅਲ ਟੂ ਪਲਾਜ਼ਮਾ ਮਾਈਨਸ ਕਲੌਟਿੰਗ ਫੈਕਟਰ। ਜਦ ਕਿ ਪਲਾਜ਼ਮਾ ਜਦੋਂ ਆਪਾਂ ਸੈਪਰੇਟ ਕਰਦੇ ਹਾਂ, ਉਹਦੇ ਵਿੱਚ ਸਿਰਫ ਸੈੱਲਸ ਹੀ ਰਿਮੂਵ ਕੀਤੇ ਜਾਂਦੇ ਆ, ਕਲੌਟਿੰਗ ਫੈਕਟਰ ਉਹਦੇ ਵਿੱਚ ਪ੍ਰੈਜ਼ੈਂਟ ਹੁੰਦੇ ਆ। ਸੀਰਮ ਦੇ ਵਿੱਚ ਨਾ ਹੀ ਸੈੱਲ ਰਹਿੰਦੇ ਆ ਅਤੇ ਨਾ ਹੀ ਕਲੌਟਿੰਗ ਫੈਕਟਰਸ ਰਹਿੰਦੇ ਆ। ਪ੍ਰੈਪਰੇਸ਼ਨ ਐਂਡ ਸੈਪਰੇਸ਼ਨ ਆਫ ਸੀਰਮ, ਸੀਰਮ ਨੂੰ ਬਣਾਇਆ ਕਿੱਦਾਂ ਜਾਂਦਾ? ਦਾ ਬਲੱਡ ਇਜ਼ ਅਲਾਊਡ ਟੂ ਕਲੌਟ ਐਟ ਰੂਮ ਟੈਂਪਰੇਚਰ ਫॉर 15 to 30 ਮਿੰਟਸ। ਹੋਲ ਬਲੱਡ ਨੂੰ ਜੰਮਣ ਵਾਸਤੇ ਰੂਮ ਟੈਂਪਰੇਚਰ ਦੇ ਵਿੱਚ ਰੱਖ ਦਿੱਤਾ ਜਾਂਦਾ, ਟਿਊਬ ਦੇ ਵਿੱਚ 15 ਤੋਂ 30 ਮਿੰਟ ਤੱਕ। ਵੈਨ ਦਾ ਬਲੱਡ ਹੈਜ਼ ਕਲੌਟਡ, ਇਟ ਇਜ਼ ਰਿਮਡ ਔਰ ਰਿੰਗਡ ਵਿਦ ਦਾ ਐਪਲੀਕੇਟਰ ਸਟਿਕ। ਜਦੋਂ ਖੂਨ ਜੰਮ ਜਾਂਦਾ ਹੈ ਤਾਂ ਇਸ ਜੰਮੇ ਹੋਏ ਖੂਨ ਨੂੰ ਟੈਸਟ ਟਿਊਬ ਦੀਆਂ ਦੀਵਾਰਾਂ ਤੋਂ ਇੱਕ ਡੱਖਾ ਜਾਂ ਸਟਿਕ ਦੇ ਐਪਲੀਕੇਟਰ ਸਟਿਕ ਦੇ ਨਾਲ ਹਟਾਇਆ ਜਾਂਦਾ, ਦੈਨ ਸੈਂਟਰੀਫਿਊਜ ਕੀਤਾ ਜਾਂਦਾ 5 to 10 ਮਿੰਟਸ 2500 RPM ਦੇ ਉੱਤੇ। ਫਾਈਨਲੀ ਦਾ ਸੁਪਰਨੈਟੈਂਟ ਫਲੂਇਡ ਇਜ਼ ਦੈਨ ਸੈਪਰੇਟਡ ਮੇਕਿੰਗ ਯੂਜ਼ ਆਫ ਪਾਸਚਰ ਪਿਪਟ ਐਂਡ ਲੇਬਲਡ ਅਕੋਰਡਿੰਗਲੀ। ਫਿਰ ਉਸ ਤੋਂ ਬਾਅਦ ਸੁਪਰਨੇਟੈਂਟ ਯੈਲੋਇਸ਼ ਕਲਰ ਦਾ ਕਲੌਟ ਤੋਂ ਅਲੱਗ ਨਜ਼ਰ ਆਵੇਗਾ, ਅਤੇ ਉਸਨੂੰ ਪਾਸਚਰ ਪਿਪਟ ਦੇ ਨਾਲ ਸਕ ਕਰਕੇ, ਰਿਮੂਵ ਕਰਕੇ, ਲੇਬਲ ਕਰਕੇ ਫਰਦਰ ਟੈਸਟ ਵਾਸਤੇ ਯੂਜ਼ ਕੀਤਾ ਜਾ ਸਕਦਾ। ਸੋ ਡਾਇਗਰਾਮ ਤੋਂ ਕਲੀਅਰ ਹੈ, ਟੈਸਟ ਉਹਦੇ ਵਿੱਚ ਹੋਲ ਬਲੱਡ ਹੈ, ਹੋਲ ਬਲੱਡ ਨੂੰ ਥੋੜ੍ਹੀ ਦੇਰ ਜੰਮਣ ਦੇ ਦਿੱਤਾ ਅਤੇ ਨੀਚੇ ਬਲੱਡ ਕਲੌਟ ਹੋ ਗਿਆ, ਉੱਪਰ ਸੀਰਮ ਆ ਗਿਆ। ਸੋ ਇਹ ਪ੍ਰੋਸੀਜਰ ਪਲਾਜ਼ਮਾ ਨਾਲੋਂ ਡਿਫਰੈਂਟ ਹੈ। ਆਪਾਂ ਹੋਲ ਬਲੱਡ ਦੇ ਵਿੱਚ ਕੀ ਸੀ, ਪਲਾਜ਼ਮਾ ਲਈ ਐਂਟੀਕੋਗੂਲੈਂਟ ਪਾਉਂਦੇ ਸੀ ਅਤੇ ਵੇਟ ਵੀ ਨਹੀਂ ਕਰਦੇ ਸੀ, ਉਸ ਤੋਂ ਬਾਅਦ ਸਿੱਧਾ ਹੀ ਸੈਂਟਰੀਫਿਊਜ ਕਰਦੇ ਸੀ, ਅਤੇ ਉਹਦੇ ਸੈੱਲ
ਪਹਿਲਾਂ RBCs, ਫਿਰ ਬਫੀ ਕੋਟ, ਫਿਰ ਪਲਾਜ਼ਮਾ ਆਉਂਦਾ ਸੀ। ਇਹਦੇ ਵਿੱਚ ਕੀ ਆ, ਬਲੱਡ ਕਲੌਟ ਨੀਚੇ ਜੰਮ ਜਾਏਗਾ ਤੇ ਸਾਡੇ ਕੋਲ ਸੀਰਮ ਆ ਜਾਏਗਾ ਇਸ ਕੰਡੀਸ਼ਨ ਦੇ ਵਿੱਚ। ਨਾਓ ਦਿਸ ਡਾਇਗਰਾਮ ਸ਼ੋ ਦਾ ਓਵਰਆਲ ਡਿਫਰੈਂਸ ਬਿਟਵੀਨ ਪਲਾਜ਼ਮਾ ਐਂਡ ਸੀਰਮ। ਫਲੂਇਡ obtained when anticoagulated blood has been centrifuged। ਪਲਾਜ਼ਮਾ ਕਦੋਂ ਮਿਲਦਾ, ਜਦੋਂ ਅਸੀਂ ਉਹ ਫਲੂਇਡ ਜਦੋਂ ਮਿਲੇ, ਜਦੋਂ ਅਸੀਂ ਐਂਟੀਕੋਗੂਲੇਟਡ ਬਲੱਡ ਨੂੰ ਸੈਂਟਰੀਫਿਊਜ ਕਰੀਏ, ਮਤਲਬ ਉਹਦੇ ਵਿੱਚ ਕੋਈ ਨਾ ਕੋਈ ਐਂਟੀਕੋਗੂਲੈਂਟ ਪਾਇਆ ਹੋਵੇ। ਸੋ ਸੀਰਮ 'ਚ ਫਲੂਇਡ obtained when coagulated ਬਲੱਡ ਹੈਜ਼ ਬੀਨ ਸੈਂਟਰੀਫਿਊਜ। ਸੋ ਇਹਦੇ ਵਿੱਚ ਕੀ ਆ, ਬਲੱਡ ਨੂੰ, ਜੰਮੇ ਹੋਏ ਬਲੱਡ ਨੂੰ ਅਸੀਂ ਸੈਂਟਰੀਫਿਊਜ ਕਰਦੇ ਹਾਂ, ਜੋ ਫਲੂਇਡ ਸੈਪਰੇਟ ਹੁੰਦਾ ਉਹਨੂੰ ਅਸੀਂ ਸੀਰਮ ਕਹਿੰਦੇ ਹਾਂ। ਐਂਟੀਕੋਗੂਲੈਂਟਸ ਆਰ ਨੀਡਡ ਫॉर ਸੈਪਰੇਸ਼ਨ ਇਨ ਪਲਾਜ਼ਮਾ, ਐਂਟੀਕੋਗੂਲੈਂਟਸ ਆਰ ਨਾਟ ਨੀਡਡ ਇਨ ਸੀਰਮ। ਸੋ ਪਲਾਜ਼ਮਾ ਹਮੇਸ਼ਾ ਐਂਟੀਕੋਗੂਲੈਂਟ ਦੀ ਪ੍ਰੈਜ਼ੈਂਸ 'ਚ ਹੋਏਗਾ ਤੇ ਸੀਰਮ ਵਿਦਾਊਟ ਐਂਟੀਕੋਗੂਲੈਂਟ ਹੋਏਗਾ। ਫਾਈਬਰੀਨੋਜਨ ਇਜ਼ ਪ੍ਰੈਜ਼ੈਂਟ ਇਨ ਪਲਾਜ਼ਮਾ, ਫਾਈਬਰੀਨੋਜਨ ਇਜ਼ ਐਬਸੈਂਟ ਇਨ ਸੀਰਮ। ਸੋ ਪਲਾਜ਼ਮਾ ਦੇ ਵਿੱਚ ਕੀ ਆ, ਫਾਈਬਰੀਨੋਜਨ ਪ੍ਰੈਜ਼ੈਂਟ ਹੈ, ਬਟ ਸੀਰਮ ਦੇ ਵਿੱਚ ਕੀ ਆ, ਫਾਈਬਰੀਨੋਜਨ ਕਲੌਟਿੰਗ ਪ੍ਰੋਟੀਨ ਪ੍ਰੈਜ਼ੈਂਟ ਨਹੀਂ ਹੁੰਦਾ। Plasma does not need standing. It should be centrifuged as soon as possible. It has been mixed thoroughly. Serum takes a longer time to prepare. ਸੋ ਪਲਾਜ਼ਮਾ ਦੇ ਵਿੱਚ ਜਿੱਦਾਂ ਐਂਟੀਕੋਗੂਲੈਂਟ ਪਾਉਂਦੇ ਆਪਾਂ ਹੋਲ ਬਲੱਡ ਪਲਾਜ਼ਮਾ ਲਈ, ਜਿੱਦਾਂ ਆਪਾਂ ਹੋਲ ਬਲੱਡ 'ਚ ਐਂਟੀਕੋਗੂਲੈਂਟ ਪਾਉਂਦੇ, ਸਾਨੂੰ ਵੇਟ ਕਰਨ ਦੀ ਲੋੜ ਨਹੀਂ ਹੈ, ਫਟਾਫਟ ਸੈਂਟਰੀਫਿਊਜ ਕਰਕੇ ਅਸੀਂ ਪਲਾਜ਼ਮਾ ਸੈਪਰੇਟ ਆਊਟ ਕਰ ਸਕਦੇ ਹਾਂ। ਬਟ ਸੀਰਮ ਦੇ ਵਿੱਚ ਕੀ ਆ, ਸਾਨੂੰ ਰੂਮ ਟੈਂਪਰੇਚਰ ਦੇ 10 ਤੋਂ 15 ਮਿੰਟ ਵਾਸਤੇ ਵੇਟ ਕਰਨੀ ਪੈਂਦੀ ਹੈ। ਸੋ ਸੀਰਮ ਸੈਪਰੇਟ ਹੋਣ ਵਿੱਚ ਥੋੜ੍ਹਾ ਲੰਬਾ ਸਮਾਂ ਲੱਗ ਜਾਂਦਾ। ਪਲਾਜ਼ਮਾ ਇਜ਼ ਡਿਲੀਵਰਡ ਟੂ ਦਾ ਪੇਸ਼ੈਂਟ ਹੂ ਲੈਕ ਬਲੱਡ ਸੈਲਸ। ਸੋ ਪਲਾਜ਼ਮਾ ਪੇਸ਼ੈਂਟਸ ਨੂੰ ਦਿੱਤਾ ਜਾਂਦਾ ਜਿਨ੍ਹਾਂ ਦੇ ਵਿੱਚ ਸੈਲਸ ਦੀ ਕਮੀ ਹੁੰਦੀ ਆ ਉਹਨਾਂ ਨੂੰ। ਸੋ ਮੋਸਟਲੀ ਬਰਨਡ ਕੇਸਿਸ, ਜਲ ਰਹੇ ਹੋਏ ਪੇਸ਼ੈਂਟਸ, ਜਿਹਨਾਂ ਨੂੰ ਅੱਗ ਦੇ ਨਾਲ ਜਲੇ ਹੋਏ ਪੇਸ਼ੈਂਟਸ ਨੂੰ ਪਲਾਜ਼ਮਾ ਚੜਾਇਆ ਜਾਂਦਾ। ਸੀਰਮ ਇਜ਼ ਦਾ ਮੋਸਟ ਪ੍ਰੈਫਰਡ ਪਾਰਟ ਆਫ ਦਾ ਬਲੱਡ ਯੂਜ਼ ਇਨ ਚੈਕਿੰਗ ਬਲੱਡ ਗਰੁੱਪਸ ਐਂਡ ਡਾਇਗਨੋਸਿਸ ਆਫ ਡਿਸੀਜ਼। ਸੀਰਮ ਜਿਹੜਾ ਸੀਰਮ ਹੈ ਉਹ ਵੇਰੀਅਸ ਬਿਮਾਰੀਆਂ ਨੂੰ ਪਤਾ ਲਗਾਉਣ ਵਾਸਤੇ ਅਤੇ ਬਲੱਡ ਗਰੁੱਪ ਨੂੰ ਪਤਾ ਲਗਾਉਣ ਵਾਸਤੇ ਵਰਤੋਂ ਵਿੱਚ ਲਿਆਇਆ ਜਾਂਦਾ। ਸੋ ਮੈਥਮੈਟੀਕਲ ਟਰਮ ਦੀ ਗੱਲ ਕਰੀਏ ਤਾਂ ਬਲੱਡ ਕੀ ਆ, ਬਲੱਡ ਇਜ਼ ਇਕੁਅਲ ਟੂ ਸੈਲਸ ਪਲੱਸ ਪਲਾਜ਼ਮਾ। ਸੈਲ ਇਜ਼ ਆਲਸੋ ਨੋਨ ਐਜ਼ ਸੈਲੂਲਰ ਕੰਪੋਨੈਂਟ ਆਫ ਫਾਰਮਡ ਐਲੀਮੈਂਟ। ਸੋ ਬਲੱਡ ਜਿਹੜਾ ਹੈਗਾ ਸੈਲਸ ਅਤੇ ਪਲਾਜ਼ਮਾ ਦਾ ਬਣਿਆ ਹੋਇਆ। ਪਲਾਜ਼ਮਾ ਦੀ ਨੇਚਰ ਜਿਹੜੀ ਹੈਗੀ ਆ ਉਹ ਲਿਕੁਇਡ ਹੈ। ਨੈਕਸਟ ਇਜ਼ ਪਲਾਜ਼ਮਾ ਦੀ ਜਿਹੜੀ ਮੈਥਮੈਟੀਕਲ ਇਕੁਏਸ਼ਨ ਕੀ ਹੈਗੀ ਆ, ਪਲਾਜ਼ਮਾ ਇਜ਼ ਇਕੁਅਲ ਟੂ ਬਲੱਡ ਮਾਈਨਸ ਸੈਲਸ। ਮਤਲਬ ਜਦੋਂ ਬਲੱਡ ਦੇ ਵਿੱਚੋਂ ਆਪਾਂ ਸੈਲਸ ਨੂੰ ਰਿਮੂਵ ਕਰ ਦਈਏ ਤਾਂ ਜਿਹੜਾ ਸਾਡੇ ਕੋਲ ਤਰਲ ਪਦਾਰਥ ਬਚੇਗਾ ਉਹਨੂੰ ਅਸੀਂ ਪਲਾਜ਼ਮਾ ਕਹਾਂਗੇ। ਅਤੇ ਸੀਰਮ ਕੀ ਆ, ਬਲੱਡ ਮਾਈਨਸ ਕਲੌਟਿੰਗ ਫੈਕਟਰਸ ਮਾਈਨਸ ਸੈਲਸ। ਸੋ ਸੀਰਮ ਉਹ ਤਰਲ ਪਦਾਰਥ ਆ ਜਦੋਂ ਹੋਲ ਬਲੱਡ ਦੇ ਵਿੱਚੋਂ ਕਲੌਟਿੰਗ ਫੈਕਟਰਸ ਅਤੇ ਸੈਲਸ ਨੂੰ ਵੀ ਰਿਮੂਵ ਕਰ ਦਿੱਤਾ ਜਾਵੇ। ਸੋ ਜੋ ਹੋਰ ਜ਼ਿਆਦਾ ਰਿਫਾਈਨ ਮੈਥਮੈਟੀਕਲ ਟਰਮ ਯੂਜ਼ ਕਰੀਏ ਸੀਰਮ ਵਾਸਤੇ, ਦੈਨ ਸੀਰਮ ਇਜ਼ ਇਕੁਅਲ ਟੂ ਪਲਾਜ਼ਮਾ ਮਾਈਨਸ ਕਲੌਟਿੰਗ ਫੈਕਟਰ। ਠੀਕ ਆ, ਪਲਾਜ਼ਮਾ ਕੀ ਆ, ਬਲੱਡ 'ਚੋਂ ਸੈੱਲ ਕੱਢਤੇ, ਫਿਰ ਪਲਾਜ਼ਮਾ ਆਉਂਦਾ, ਜੋ ਪਲਾਜ਼ਮੇ 'ਚੋਂ ਕਲੌਟਿੰਗ ਫੈਕਟਰ ਵੀ ਕੱਢ ਦਈਏ, ਫਿਰ ਕੀ ਆ, ਸੀਰਮ ਬਣ ਜਾਂਦਾ। ਸੋ ਇਸ ਦੇ ਨਾਲ ਹੀ ਸੀਰਮ ਅਤੇ ਪਲਾਜ਼ਮਾ ਕਵਰ ਹੋ ਜਾਂਦਾ ਅਤੇ ਉਹਨਾਂ ਦਾ ਡਿਫਰੈਂਸ ਵੀ ਕਲੀਅਰ ਹੋ ਜਾਂਦਾ। ਸੋ ਪਲੀਜ਼ ਡੂ ਸਬਸਕ੍ਰਾਈਬ ਮਾਈ ਚੈਨਲ ਐਂਡ ਪ੍ਰੈਸ the bell icon or bell button, and also like, comment and share. Thank you for watching.